ਪਿਆਰੇ ਦੋਸਤੋ, ਆਪਣੀ ਮਹਾਨ ਕਵਿਤਾ ਯਾਰਾਂ ਨਾਲ ਸੰਵਾਦ ਵਿੱਚ ਪਾਸ਼ ਪੰਜਾਬ ਦੇ ਵਿੱਚ ਪਸਰ ਰਹੀ ਉਦਾਸੀਨਤਾ ਦੇ ਸੋਮਿਆਂ ਬਾਰੇ, ਉਹਦਿਆਂ ਅਸਰਾਂ ਦੇ ਬਾਰੇ ਸਾਡੇ ਨਾਲ ਆਪਣਾ ਸੰਸਾ, ਆਪਣਾ ਤੌਖਲਾ ਜ਼ਾਹਰ ਕਰਦਾ ਹੈ। ਇਹ ਕਰਦਿਆਂ ਹੋਇਆਂ ਉਹ ਸਾਨੂੰ ਪਲੀਤ ਯਾਰਾਂ ਦੀ ਗੱਲ ਜਾਂ ਅਜਿਹੇ ਵਿਦਵਾਨਾਂ ਦੀ ਗੱਲ ਜਿਨ੍ਹਾਂ ਦੇ ਵਿੱਚ ਸਾਡੀ ਕਰਨੀ ਦੇ ਉੱਤੇ ਭਰੋਸਾ ਨਾ ਹੋ ਕੇ ਹਾਲਾਤ ਦੇ ਮੂੰਹ ਜ਼ੋਰ ਹੋਣ ਦੇ ਉੱਪਰ ਜ਼ਿਆਦਾ ਜ਼ੋਰ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਨਾਲ ਸਾਡੀ ਸੱਤਿਆ ਨੂੰ ਬਲਵਾਨ ਨਹੀਂ ਕਰ ਰਹੇ, ਬਲਕਾਰੀ ਨਹੀਂ ਕਰ ਰਹੇ, ਸਗੋਂ ਉਸ ਦੇ ਅੰਦਰ ਇੱਕ ਕਿਸਮ ਦੀ ਨਿਰਾਸ਼ਤਾ, ਇੱਕ ਕਿਸਮ ਦੀ ਉਦਾਸੀਨਤਾ ਦੇ ਲਈ ਉਹ ਜਿਵੇਂ ਕੋਈ ਭੋਏ ਤਿਆਰ ਕਰ ਰਹੇ ਹੋਣ। ਤੇ ਇਹਦੇ ਖਿਲਾਫ ਉਹ ਇਹ ਕਹਿੰਦਾ ਹੈ ਕਿ ਜੇ ਇਹਨਾਂ ਸਾਰਿਆਂ ਨੇ ਇਹ ਫੈਸਲਾ ਕਰ ਲਿਆ ਹੈ ਤਾਂ ਫਿਰ ਪਿੰਡਾਂ ਦੇ ਨੌਜਵਾਨ, ਜਿੱਥੇ ਸਾਡਾ ਸੱਭਿਆਚਾਰ ਹਜੇ ਵੀ ਵੱਖੋ ਵੱਖਰੀਆਂ ਥਾਵਾਂ ਦੇ ਉੱਪਰ ਜਿੱਥੇ ਲੋਕ ਜੁੜਦੇ ਆ, ਜਿੱਥੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੌਣਕ ਹੈਗੀ ਹੈ ਸਾਰੀਆਂ ਤੰਗੀਆਂ ਦੇ ਬਾਵਜੂਦ, ਕਿ ਉੱਥੋਂ ਕੁਝ ਆ ਸਕਦਾ ਹੈ। ਤੇ ਉਹ ਆਪਣੇ ਦੋਸਤਾਂ ਨੂੰ ਇਸ ਨਜ਼ਮ ਦੇ ਅਖੀਰ ਦੇ ਵਿੱਚ ਇਹ ਕਹਿੰਦੇ ਆ ਕਿ ਇਸ ਉਦਾਸੀਨਤਾ ਦੇ ਪਰਦੇਸ ਨੇ, ਤੇ ਉਦਾਸੀਨ ਹੋ ਕੇ ਪਰਦੇਸੀ ਹੋ ਜਾਣ ਦੇ ਲਈ ਤੁਹਾਨੂੰ ਆਪਣੇ ਵਤਨੋਂ ਦੂਰ ਜਾਣ ਦੀ ਲੋੜ ਨਹੀਂ ਪੈਂਦੀ। ਤੁਸੀਂ ਇੱਥੇ ਰਹਿੰਦੇ ਹੋਏ ਪੰਜਾਬ ਤੋਂ ਬੇਗਾਨੇ ਹੋ ਸਕਦੇ ਹੋ, ਆਪਣੇ ਆਪ ਦੇ ਵਿੱਚ ਗੁੰਮ ਹੋ ਸਕਦੇ ਹੋ, ਜਾਂ ਆਪਣੀਆਂ ਛੋਟੀਆਂ ਵੱਡੀਆਂ ਪ੍ਰਾਪਤੀਆਂ ਨੂੰ ਫੇਸਬੁੱਕ, ਵਟਸਐਪ ਦੇ ਉੱਪਰ ਦਰਸਾਉਂਦੇ ਰਹਿ ਸਕਦੇ ਹੋ, ਜੋ ਕਿ ਸਾਡਾ ਅੱਜ ਦਾ ਬਹੁਤਾ ਵਿਹਾਰ ਇਸ ਕਿਸਮ ਦਾ ਹੋ ਚੁੱਕਿਆ। ਅਜਿਹਾ ਕਰਦਿਆਂ ਉਹ ਫਿਰ ਵੀ ਇਸ ਗੱਲ ਨੂੰ ਲੈ ਕੇ ਕਹਿੰਦਾ ਹੈ ਕਿ ਇਹਨੂੰ ਮੁੜਨਾ ਹੈ, ਵਾਪਸ ਆਉਣਾ ਹੈ ਇਸ ਤੋਂ। ਔਰ ਇਹਦੇ ਲਈ ਉਹਦੀਆਂ ਸਤਰਾਂ ਨੂੰ ਆਪਾਂ ਸੁਣੀਏ। ਉਹ ਕਹਿੰਦੇ ਨੇ ਕਿ ਹੋ ਸਕਦਾ ਹੈ ਬੰਦਾ ਮੁੜ ਕਿਸੇ ਦਿਨ ਉਤਰ ਆਏ ਪਹਾੜੋਂ, ਜੇ ਕੈਥਲ ਨਹੀਂ ਤਾਂ ਹਰ ਹਾਲ ਸਢੌਰੇ ਉਸ ਦੇ ਦਲ ਨਾਲ ਰਲ ਕੇ ਪਰਤ ਆਵਾਂਗੇ ਆਪਾਂ ਵਤਨ ਨੂੰ। ਫਿਰ ਮਿਲਾਂਗੇ ਸਾਰੇ ਸੁੱਕੀ ਸਰਸਾ ਦੇ ਵਿਛੜੇ ਹੋਏ, ਕੋਈ ਪੌਂਡ ਦੇ ਧੂਏਂ ਚੋਂ, ਕੋਈ ਡਾਲਰ ਦੀ ਚੁੰਧਿਆਈ ਚੋਂ। ਅਸੀਂ ਹੇੜਾਂ ਵਾਂਗ ਆਵਾਂਗੇ ਇਸ ਮੋਰਾਂ ਹੀਰੇ ਹਿਰਨਾਂ ਦੀ ਧਰਤੀ ਤੇ। ਯਾਰੋ ਫਿਕਰਮੰਦ ਰਹਿਣਾ, ਯਾਰੋ ਫਿਕਰਮੰਦ ਰਹਿਣਾ। ਪੰਜਾਬ ਨੂੰ ਉਹ ਮੋਰਾਂ ਹੀਰੇ ਹਿਰਨਾਂ ਦੀ ਧਰਤੀ ਆਖਦਾ ਹੈ, ਤੇ ਇਸ ਦੇ ਅੰਦਰ ਧਰਤੀ ਦਾ ਉਹ ਬਲ ਕਾਇਮ ਰਹੇ, ਇਹਦੇ ਲਈ ਉਹ ਫਿਕਰਮੰਦ ਹੋਣ ਦਾ ਸਾਨੂੰ ਸੁਨੇਹਾ ਲਾ ਕੇ ਗਿਆ। ਤੇ ਜਿੰਨਾ ਚਿਰ ਤੱਕ ਅਸੀਂ ਵਾਪਸ ਨਹੀਂ ਆ ਜਾਂਦੇ, ਉਨਾ ਚਿਰ ਤੱਕ ਫਿਕਰ ਨੂੰ ਕਿਵੇਂ ਸਾਂਭ ਕੇ ਰੱਖੀਏ? ਕੀ ਸਾਡੇ ਅੰਦਰ ਐਸਾ ਜਗਦਾ ਹੋਵੇ ਕਿ ਸਾਡਾ ਆਪਣੇ ਲੋਕਾਂ ਨਾਲ, ਆਪਣੀ ਧਰਤੀ ਨਾਲ, ਆਪਣੀ ਮਿੱਟੀ ਨਾਲ ਤੇ ਸਾਰੀ ਲੋਕਾਈ ਦੇ ਨਾਲ ਸਾਡੇ ਸੰਬੰਧ ਦੀ ਇਬਾਰਤ ਕਿਹੋ ਜਿਹੀ ਹੋਵੇ? ਪੰਜਾਬ ਦੇ ਵੱਡੇ ਦਾਨਿਸ਼ਵਰ ਨਜਮ ਹੁਸੈਨ ਸੈਯਦ ਜਿਵੇਂ ਇਸ ਆਸ ਨੂੰ, ਇਹਦੀ ਇੱਕ ਪੂਰੀ ਬਰਕਤ ਨੂੰ ਜਿਵੇਂ ਉਹ ਸਾਡੇ ਸਾਹਮਣੇ ਰੱਖ ਰਹੇ ਹੋਣ, ਸੁਣੀਏ ਉਹ ਕੀ ਕਹਿ ਰਹੇ ਨੇ। ਆਸ ਨੂੰ ਕਿਵੇਂ ਰੱਖ ਰਹੇ ਨੇ, ਜਿਹੜੀ ਪਾਸ਼ ਨੇ ਆਖੀ ਹੈ ਕਿ ਆਪਾਂ ਮੁੜ ਆਵਾਂਗੇ ਇਸ ਮੋਰਾਂ ਹੀਰੇ ਹਿਰਨਾਂ ਦੀ ਧਰਤੀ ਤੇ। ਨਜਮ ਸਾਹਿਬ ਕਹਿੰਦੇ ਨੇ, ਆਓ ਗਿਣੀਏ ਮਿਲਣ ਦਿਹਾੜੇ, ਰਲ ਮਿਲੀਏ ਰਾਤ ਬਰਾਤਾਂ, ਰੰਗ ਝੂਮਰ ਸੁਗੰਧ ਧਮਾਲੀ, ਝੜ ਵੰਝਣ ਜ਼ਾਤ ਸਫਾਤਾਂ। ਲਿਖ ਮੱਥਿਆਂ ਤੇ ਲੇਖ ਸੰਜੋਗੇ, ਸੁੱਕ ਜਾਵਣ ਦੁੱਖ ਦਵਾਤਾਂ। ਬਾਹੀਂ ਖੋਲੇ ਛਲ ਸਮੁੰਦਰ, ਟੁੱਟ ਲਮਕਣ ਪੁਲ ਸਰਾਤਾਂ। ਜੁਟ ਜੁੜੇ ਵਿਹਾਰ ਉਥਲਣ, ਨਿਉ ਭਾਜੀ ਸੁਰਤ ਸੁਗਾਤਾਂ। ਗੱਡ ਨਜ਼ਰ ਪਛਾਣੇ ਖਲਕਤ, ਸਭ ਕਿਲੇ ਮੁਨਾਰੇ ਘਾਤਾਂ। ਤਾ ਗਿਆਨ ਤੰਦੂਰ ਤਰੌਂਕੇ, ਰਲ ਗੁੰਨੀਏ ਪ੍ਰੇਮ ਪ੍ਰਾਤਾਂ। ਗਿਆਨ ਦਾ ਤੰਦੂਰ ਤੇ ਪ੍ਰੇਮ ਦੀ ਪ੍ਰਾਤ ਦੇ ਵਿੱਚ ਆਟਾ ਗੁੰਨਣਾ। ਪਿਆਰ ਦੀ ਭਾਜੀ ਤੇ ਸੁਰਤ ਜਾਂ ਚੇਤਨਾ ਜਾਂ ਕੌਨਸ਼ੀਅਸਨੈਸ ਦੀ ਸੁਗਾਤ ਸਾਡੇ ਕੋਲ ਹੋਵੇ। ਸਾਡੀ ਨਜ਼ਰ ਨੂੰ ਗਹਿ ਕੇ, ਗੱਡ ਕੇ ਵੇਖਣਾ ਆਵੇ, ਵੇਖਣੇ ਚੋਂ ਪਛਾਣ ਆਵੇ ਕੱਚ ਸੱਚ ਦੀ। ਸਾਨੂੰ ਪਤਾ ਲੱਗੇ ਕਿ ਇਹ ਜਿਹੜੇ ਕਿਲੇ ਤੇ ਮੁਨਾਰੇ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹਨਾਂ ਦੇ ਵਿੱਚ ਘਾਤਾਂ ਕੀ ਲੱਗੀਆਂ ਹੋਈਆਂ ਨੇ, ਕਿ ਇਹੋ ਹੀ ਸਮੁੰਦਰ ਫਿਰ ਬਾਹਾਂ ਖੋਲਦਾ ਤੁਹਾਡੇ ਲਈ।
ਸਾਰੇ ਜਿਹੜੇ ਸੰਸੇ ਨੇ ਪੁਲਿਸ ਰਾਤਾਂ ਦੇ ਕਿ ਕਿਵੇਂ ਪਾਰ ਕਰਾਂਗੇ ਭਵਜਲ ਨੂੰ, ਸਭ ਟੁੱਟ ਕੇ ਡਿੱਗ ਪੈਂਦੇ ਆ। ਔਰ ਵੱਡੀ ਗੱਲ ਕਹਿੰਦੇ ਆ ਕਿ ਮੱਥਿਆਂ ਦੇ ਉੱਪਰ ਸੰਜੋਗੇ ਲੇਖ ਲਿਖੇ ਜਾਣ, ਸ਼ੁਭ ਚਿੰਤਨ ਹੋਵੇ ਤੇ ਦੁੱਖ ਦਵਾਤਾਂ ਸੁੱਕ ਜਾਣ ਸਾਰੀਆਂ। ਤੇ ਪੰਜਾਬ ਦੇ ਵਿੱਚ ਜਾਂ ਲੋਕਾਈ ਦੇ ਨਾਲ ਰੰਗ ਝੂਮਰ ਸੁਗੰਧ ਧਮਾਲੀ, ਝੜ ਵੰਝਣ ਜ਼ਾਤ ਸਿਫਾਤਾਂ, ਇਹ ਊਚ ਨੀਚ ਜਾਤ ਪਾਤ ਅਮੀਰੀ ਗਰੀਬੀ ਇਹ ਸਭ ਖਤਮ ਹੋਵੇ, ਝੜ ਕੇ ਲੈ ਜਾਏ ਨਾਚ ਇਹ ਕੁਛ ਕਰਦਾ ਹੈ। ਉਹ ਕਹਿੰਦੇ ਨੇ ਕਿ ਅਜਿਹਾ ਦੌਰ ਆਵੇ, ਇਹਦੇ ਲਈ ਆਓ ਆਪਾਂ ਮਿਲਣ ਦਿਹਾੜਿਆਂ ਨੂੰ ਗਿਣੀਏ ਤੇ ਉਹ ਰਾਤਾਂ ਜਿਨ੍ਹਾਂ 'ਚ ਬਰਾਤਾਂ ਹੋਣ, ਜਿਨ੍ਹਾਂ ਦੇ ਵਿੱਚ ਖੁਸ਼ੀਆਂ ਨੇ, ਉਹਨਾਂ ਨੂੰ ਅਸੀਂ ਰਲ ਕੇ ਮਿਣੀਏ। ਇਹ ਦੇਖੀਏ ਕਰਨ ਵਾਲਾ ਕੰਮ ਇਹ ਹੈ। ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜੀ ਇਹ ਨਜ਼ਮ ਹੈ ਇਹ ਪੰਜਾਬੀ ਲੋਕਾਈ ਦੀ ਆਰਤੀ ਲਿਖੀ ਗਈ ਹੈ। ਔਰ ਇਸ ਲਿਹਾਜ਼ ਦੇ ਨਾਲ ਮੈਨੂੰ ਇਸੇ ਹੀ ਕੜੀ ਦੇ ਵਿੱਚ ਪਾਸ਼ ਜਿਸ ਫਿਕਰ ਦੀ ਗੱਲ ਤੇ ਹੀਰੇ ਹਿਰਨਾ ਮੋਰਾਂ ਦੀ ਧਰਤੀ ਦੇ ਵੱਲ ਆਉਣ ਦਾ ਜ਼ਿਕਰ ਕਰਦਾ ਹੈ ਕਿ ਇਹਨਾਂ ਸਾਰੀਆਂ ਥਾਵਾਂ ਤੋਂ ਖਹਿੜਾ ਛੁਡਾ ਕੇ, ਉਦਾਸੀਨਤਾ ਤੋਂ, ਪ੍ਰਦੇਸ਼ ਦੀ ਮਾਰ ਤੋਂ ਖਹਿੜਾ ਛੁਡਾ ਕੇ ਆਪਣੇ ਵਤਨ ਨੂੰ ਮੁੜੀਏ ਤੇ ਉਦੋਂ ਤੱਕ ਫਿਕਰਮੰਦ ਰਹੀਏ ਜਿੰਨਾ ਚਿਰ ਤੱਕ ਅਸੀਂ ਇੱਥੇ ਦੁਬਾਰਾ ਤੋਂ ਬਹਾਰਾਂ ਨਹੀਂ ਲਾ ਦਿੰਦੇ। ਉਹਨਾਂ ਬਹਾਰਾਂ ਨੂੰ ਲਾਉਣ ਦਾ ਅਕੀਦਾ ਨਜਮ ਹੁਸੈਨ ਹੁਣਾਂ ਦੀ ਨਜ਼ਮ ਦੇ ਵਿੱਚ ਸਾਨੂੰ ਦਿਸਦਾ ਹੈ ਕਿ ਉਹਦਾ ਕੀ ਮਤਲਬ ਹੈ, ਜਿਵੇਂ ਉਹ ਉਸ ਤੋਂ ਅਗਲੇਰਾ ਇੱਕ ਵਿਜ਼ਨ ਖੋਲ ਰਹੇ ਹੋਣ। ਤੇ ਇਸੇ ਹੀ ਕੜੀ ਦੇ ਵਿੱਚ ਮੈਨੂੰ ਯਾਦ ਆਉਂਦਾ ਹੈ ਕਿ ਜਸਵੰਤ ਸਿੰਘ ਕੰਵਲ ਦਾ ਆਖਿਆ ਹੋਇਆ ਕਥਨ, ਉਹ ਕਹਿੰਦੇ ਨੇ, ਸੁਰ ਸ਼ਬਦ ਬੜਾ ਮਹਾਨ ਹੈ, ਜਿਸ ਘਰ ਵਿੱਚ ਵੜ ਜਾਵੇ ਉੱਥੇ ਬਹਾਰਾਂ ਲਿਆ ਦਿੰਦਾ ਹੈ, ਜਿਸ ਮੱਥੇ ਵਿੱਚ ਵੜ ਜਾਵੇ ਉਹਨੂੰ ਨੱਚਣ ਲਾ ਦਿੰਦਾ ਹੈ। ਸੁਰ ਸ਼ਬਦ ਦਾ ਕਹਿਣਾ ਬੜੀ ਵੱਡੀ, ਮੈਨੂੰ ਇਹ ਲੱਗਿਆ ਕਿ ਇੱਕ ਬੜੀ ਵੱਡੀ ਉਹਨਾਂ ਨੇ ਗੱਲ ਆਖੀ ਹੈ ਕਿ ਕੱਲਾ ਸ਼ਬਦ, ਕੌਨਸ਼ੀਅਸਨੈਸ, ਚੇਤਨਾ ਜਿਹੜੀ ਕਿ ਸੁਰ ਦੇ ਵਿੱਚ ਨਾ ਹੋਵੇ ਤਾਂ ਉਹ ਕੋਰਾ ਕਈ ਵਾਰ ਗਿਆਨ ਬਣ ਕੇ ਰਹਿ ਜਾਂਦੀ ਹੈ, ਆਪਣੇ ਲੋਕਾਂ ਦੇ ਲਹੂ ਦੇ ਵਿੱਚ ਨਹੀਂ ਘੁਲਦੀ, ਜਿੱਥੇ ਕਿ ਉਹਨਾਂ ਦਾ ਰੰਗ ਝੂਮਰ ਸੁਗੰਧ ਧਮਾਲੀ ਵਾਲਾ ਜਿੱਥੇ ਇੱਕ ਮੁਕਾਮ ਆਉਣਾ ਹੁੰਦਾ ਹੈ। ਸੋ ਸੁਰ ਸ਼ਬਦ ਨੂੰ ਇਹ ਕਹਿਣਾ, ਮੈਨੂੰ ਇਹ ਲੱਗਿਆ ਕਿ ਜਿਵੇਂ ਉਹਨਾਂ ਨੇ ਸ਼ੁਭ ਚਿੰਤਨ ਨੂੰ ਵੀ, ਫਿਕਰਮੰਦੀ ਨੂੰ ਵੀ, ਤੇ ਫਿਕਰਮੰਦੀ ਨੂੰ ਲੋਕਾਂ ਦੀ ਰਾਸ ਕਿਵੇਂ ਬਣਾ ਲੈਣਾ ਹੈ, ਔਰ ਇਹ ਕਹਿਣਾ ਕਿ ਜਿਸ ਘਰ ਵਿੱਚ ਆ ਜਾਵੇ ਉੱਥੇ ਬਹਾਰਾਂ ਲਿਆ ਦਿੰਦਾ ਹੈ। ਪੰਜਾਬ ਨੂੰ ਸ਼ਾਇਦ ਸੁਰ ਹੋਏ ਸ਼ਬਦ ਦੀ ਲੋੜ ਹੈ, ਨਹੀਂ ਤੇ ਜਿਹੜੇ ਇੱਥੇ ਸੁਰ ਨੇ ਉਹ ਬਿਨਾਂ ਚੇਤਨਾ ਵਾਲੇ ਸ਼ਬਦਾਂ ਤੋਂ ਉਹ ਵੀ ਆਵਾਰਾ ਹੋਏ ਨੇ। ਔਰ ਜਿਹੜੇ ਸ਼ਬਦ ਨੇ ਜਿਹੜੇ ਕੋਰੇ ਰਹਿ ਗਏ ਨੇ, ਜਿਨ੍ਹਾਂ ਦੇ ਅੰਦਰ ਆਪਣੇ ਲੋਕਾਂ ਦੇ ਨਾਲ ਜੁੜਨ ਦੇ ਲਈ ਉਸ ਰਾਗ ਦੀ, ਉਸ ਗਹਿਰੇ ਵਿਰਾਗ ਦੀ ਜਿਹਦੇ ਅੰਦਰ ਸਮਝ ਨਹੀਂ ਹੈ, ਉਹ ਵੀ ਫਿਰ ਕਿਤਾਬਾਂ ਦੇ ਵਿੱਚ ਕੈਦ ਹੈ, ਉਹ ਵੀ ਇੱਕ ਕਿਸਮ ਦੇ ਪ੍ਰਦੇਸ਼ ਦੇ ਵਿੱਚ ਬੈਠਾ ਹੈ। ਇਸ ਲਿਹਾਜ਼ ਦੇ ਨਾਲ ਜਦੋਂ ਇਹ ਕਹਿੰਦੇ ਨੇ ਕਿ ਲਿਖ ਮੱਥਿਆਂ ਤੇ ਲੇਖ ਸੰਜੋਗੇ, ਕਿ ਇਹ ਜਿਹੜੇ ਸ਼ਬਦ ਨੇ, ਲੇਖ ਨੇ, ਸੰਜੋਗੇ ਹੋਏ ਨੇ, ਇਹਨਾਂ ਨੂੰ ਮੱਥਿਆਂ ਤੇ ਲਿਖਣਾ, ਕੱਲਾ ਵਰਕਿਆਂ ਤੇ ਨਹੀਂ। ਇਹ ਸੁਰ ਸ਼ਬਦ ਦੀ ਤੇ ਲਿਖ ਮੱਥਿਆਂ ਤੇ ਲੇਖ ਸੰਜੋਗੇ ਦੀ ਜਿਹੜੀ ਇੱਕ ਆਪਸੀ ਕੜੀ ਹੈ ਕਿ ਪੰਜਾਬ ਦੇ ਅੰਦਰ ਸਾਨੂੰ ਅਜਿਹੀਆਂ ਚੀਜ਼ਾਂ ਦੀ ਜਿਹੜੀ ਕਿਸ ਤਰ੍ਹਾਂ ਦੇ ਨਾਲ ਸਾਨੂੰ ਇਸ ਕਿਸਮ ਦੀ ਸੁਰਤ ਦੀ ਸੌਗਾਤ ਚਾਹੀਦੀ ਹੈ। ਉੱਥੇ ਹੀ ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਕਮਲ ਸਾਹਿਬ ਜਦੋਂ ਇਹ ਗੱਲ ਕਹਿੰਦੇ ਆ ਕਿ ਇਹ ਸੁਰ ਸ਼ਬਦ ਜਿਸ ਮੱਥੇ ਵਿੱਚ ਵੜ ਜਾਵੇ ਉਹਨੂੰ ਨੱਚਣ ਲਾ ਦਿੰਦਾ ਹੈ, ਪੰਜਾਬ ਨੇ ਇਸ ਇੱਕ ਗੱਲ ਦਾ ਨਕਸ਼ਾ ਸਾਡੇ ਕੋਲ ਕਦੇ ਰਾਮਲੀਲਾ ਜੋ ਪਾਸਲੇ ਦੀ ਹੈ, ਕਦੇ ਸ਼ੰਕਰ ਦੀ ਛਿੰਝ, ਕਦੇ ਅਜਿਹੀਆਂ ਹੋਰ ਚੀਜ਼ਾਂ ਦੀ ਯਾਦਗਾਰ ਜਿਹੜੀ ਪਾਸ਼ ਨੇ ਸਾਂਭ ਕੇ ਰੱਖੀ ਹੈ, ਜਿਹੜੀ ਜਸਵੰਤ ਸਿੰਘ ਕੰਵਲ ਦੇ ਨਾਵਲ ਪੂਰਨਮਾਸ਼ੀ ਦੇ ਵਿੱਚ ਦਿਸਦੀ ਹੈ, ਜਿਹੜੀ ਨਜਮ ਹੁਸੈਨ ਸੈਯਦ ਹੁਣਾਂ ਦੀਆਂ ਦੀ ਸ਼ਾਇਦ ਸਾਰੀਆਂ ਕਿਰਤਾਂ ਦੇ ਵਿੱਚ ਹੈ ਕਿ ਪੰਜਾਬ ਦੀ ਲੋਕਾਈ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਰਹਿੰਦੀ ਆਈ ਹੈ, ਉਹਨੇ ਕਿਵੇਂ ਇਹਨਾਂ ਨੂੰ ਸਾਂਭ ਕੇ ਰੱਖਿਆ, ਇਹਨਾਂ ਸਾਰੀਆਂ ਯਾਦਗਾਰਾਂ ਨੂੰ। ਅੱਜ ਦੇ ਦਿਨ ਇਹਨਾਂ ਤਿੰਨਾਂ ਹਸਤੀਆਂ ਦੇ ਆਪਸੀ ਸੰਵਾਦ ਨੂੰ, ਇਹ ਵੀ ਇੱਕ ਯਾਰਾਂ ਨਾਲ ਸੰਵਾਦ ਹੋ ਰਿਹਾ ਹੈ ਆਪਸੀ, ਆਪਾਂ ਇਸ ਦੇ ਸਰੋਤੇ ਹਾਂ, ਇਹਦੇ ਗਵਾਹ ਹਾਂ। ਬਹੁਤ ਬਹੁਤ ਮਿਹਰਬਾਨੀ।